देखो पिछली 27 अप्रैल ਨੂੰ ਜੋ ਤਰੀਕ ਤੇ ਉੱਤੇ ਬੇਲ ਦੀ ਗੱਲ ਉੱਠੀ ਸੀ ਔਰ ਬਹੁਤ ਉਹਦੇ ਵਿਰੋਧੀਆਂ ਨੇ ਉਹਦੇ ਉੱਤੇ ਬੜਾ ਇਸ਼ੂ ਬਣਾਉਣ ਦੀ ਗੱਲ ਕੀਤੀ ਕਿ ਦਿੱਲੀ ਕਮੇਟੀ ਦੀ ਨਾਕਾਮਯਾਬੀ ਰਹੀ ਹੈ। ਉਹਦੇ ਕਰਕੇ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਕੀਤੀ ਕਿ ਕੱਲ ਜਿਹੜੀ ਇਲੈਕਸ਼ਨ ਜਿਹੜੀ ਕੋਰਟ ਦੇ ਵਿੱਚ ਡੇਟ ਸੀ ਉਹਦੇ ਵਿੱਚ ਉਸ ਬੇਲ ਦੇ ਉੱਤੇ ਸਟੇ ਲੈ ਲਿਆ ਗਿਆ ਔਰ ਪਿਛਲੀ ਵਾਰ ਜਿਹੜੀ ਇੱਕ ਪ੍ਰੋਬਲਮ ਰਹਿ ਗਈ ਸੀ ਸਿਰਫ ਪਰਿਵਾਰ ਵੱਲੋਂ ਵਕਾਲਤਨਾਮਾ ਨਾ ਹੋਣ ਕਰਕੇ ਔਰ ਆਪਣੀ ਜ਼ਿੰਮੇਵਾਰੀ ਤੇ ਪੂਰੀ ਅਸੀਂ ਪਹਿਰਾ ਦਿੰਦੇ ਹੋਏ ਜਿਸ ਤਰੀਕੇ ਦੇ ਨਾਲ ਐਸਆਈਟੀ ਨਾਲ ਵੀ ਗੱਲ ਕੀਤੀ ਹੈ, ਉਸ ਪਰਿਵਾਰ ਦੇ ਨਾਲ ਗੱਲ ਕੀਤੀ ਔਰ ਸਾਡੇ ਵਕੀਲ ਸਾਹਿਬ ਨੇ ਜਿਸ ਤਰੀਕੇ ਨਾਲ ਕੇਸ ਨੂੰ ਪੇਸ਼ ਕੀਤਾ ਔਰ ਇਹ ਕਾਮਯਾਬੀ ਮਿਲੀ ਹੈ। ਅਸੀਂ ਜੱਜ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਔਰ ਉਨ ਲੋਕਾਂ ਨੂੰ ਵੀ ਬਾਰ-ਬਾਰ ਅਸੀਂ ਇੱਕੋ ਗੱਲ ਦੀ ਚੇਤਾਵਨੀ ਦਿੰਦੇ ਹਾਂ ਕਿ ਕੌਮ ਦੇ ਨਾਲ ਖਿਲਵਾੜ ਨਾ ਕਰਿਆ ਕਰੋ, ਤੁਸੀਂ ਕੌਮ ਨੂੰ ਗੁੰਮਰਾਹ ਕਰਦੇ ਹੋ ਔਰ ਇਹੋ ਜਿਹੇ ਸੰਜੀਦਾ ਮੁੱਦਿਆਂ ਉੱਤੇ ਕਿ ਜਿੱਥੋਂ ਪਿਛਲੇ 38 ਸਾਲਾਂ ਤੋਂ ਅਸੀਂ ਲੜਾਈਆਂ ਲੜ ਰਹੇ ਹਾਂ ਔਰ ਇਹ ਕਮਿਊਨਿਟੀ ਦੀ ਲੜਾਈ ਹੈ, ਇਕੱਲੇ ਕਿਸੇ ਬੰਦੇ ਦੀ ਜਾਂ ਪਾਰਟੀ ਦੀ ਲੜਾਈ ਨਹੀਂ ਹੈ, ਇਹ ਪੂਰੀ ਕਮਿਊਨਿਟੀ ਦੀ ਲੜਾਈ ਹੈ ਔਰ ਉਨ ਲੋਕਾਂ ਦੇ ਨਾਲ ਮਿਲ ਕੇ ਜਿਨ੍ਹਾਂ ਨੇ ਹਮੇਸ਼ਾ 84 ਨੂੰ ਭੁੱਲਣ ਦੀ ਗੱਲ ਕੀਤੀ ਹੈ, 84 ਦੇ ਕਾਤਲਾਂ ਨੂੰ ਬਚਾਉਣ ਦੀ ਗੱਲ ਕੀਤੀ ਹੈ, ਗੁਰਦੁਆਰਾ ਰਕਾਬਗੰਜ ਸਾਹਿਬ ਵਰਗੀ ਸਟੇਜਾਂ ਦੇ ਉੱਤੇ ਬੁਲਾ ਕੇ ਉਹਨਾਂ ਦੇ ਗਲਿਆਂ ਦੇ ਵਿੱਚ ਸਰੋਪੇ ਪਾਉਣ ਦੀ ਗੱਲ ਕੀਤੀ ਹੈ। ਉਹਨਾਂ ਨੂੰ ਕਦੀ ਵੀ ਵਾਰਾ ਨਹੀਂ ਖਾਂਦਾ ਕਿ ਇਹ ਲੜਾਈ ਦੇ ਵਿੱਚ ਕੌਮ ਦੀ ਜਿੱਤ ਹੋਵੇ। ਸੋ ਮੈਂ ਸਮਝਦਾ ਕਿ ਅੱਜ ਜਿਹੜੀ ਇਹ ਜਿੱਤ ਹੋਈ ਹੈ ਇਹ ਜਿਹੜੀ ਗੱਲ ਅਸੀਂ ਉਸ ਦਿਨ ਵੀ ਨਿਸ਼ਚਿਤ ਕਰਾਇਆ ਸੀ ਕਿ ਇਸ ਬੇਲ ਦੇ ਨਾਲ ਕੋਈ ਉਹਦੀ ਗ੍ਰਿਫਤਾਰੀ ਦਾ ਕੋਈ ਫਰਕ ਨਹੀਂ ਪੈਣਾ, ਉਹਦੀ ਰਿਲੀਜ਼ ਉਹਨੂੰ ਜੇਲ੍ਹ ਚੋਂ ਨਹੀਂ ਹੋ ਸਕਦਾ, ਮਗਰ ਕੋਈ ਵੀ ਕੇਸ ਦੇ ਵਿੱਚ ਉਹਨੂੰ ਰਿਲੀਫ ਮਾੜਾ ਜਿਹਾ ਵੀ ਕਿਉਂ ਮਿਲੇ ਉਹਦੇ ਉੱਤੇ ਪਹਿਰਾ ਦਿੰਦੇ ਹੋਏ ਅਸੀਂ ਇਹ ਕੰਮ ਕੀਤਾ ਔਰ ਅੱਜ ਉਹਨੂੰ ਇਸ ਤੇ ਸਟੇ ਲਗਵਾਇਆ। अमित शाह के साथ मुलाकात की है, क्या चर्चा आखिर ਦੇਖੋ ਪਹਿਲੀ ਗੱਲ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਨ ਗਏ ਸੀ ਕਿਉਂਕਿ 400 ਸਾਲਾਂ ਤੋਂ ਬਾਅਦ ਉਹ ਲਗਾਤਾਰ ਬਿਜ਼ੀ ਰਹੇ ਹੈ ਔਰ ਜੋ 400 ਸਾਲਾ ਪ੍ਰੋਗਰਾਮ ਲਾਲ ਕਿਲੇ ਦੇ ਉੱਤੇ ਹੋਇਆ ਸਰਕਾਰ ਦਾ ਉਹਨਾਂ ਦਾ ਧੰਨਵਾਦ ਕੀਤਾ। ਨਾਲ ਜਿਹੜੀਆਂ ਡਿਮਾਂਡਸ ਅਸੀਂ ਵਰਬਲੀ ਉਹਨਾਂ ਨਾਲ ਗੱਲ ਕੀਤੀਆਂ ਸੀ ਯੂਨੀਵਰਸਿਟੀ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ ਦੀ, ਇਹ ਸਾਰੀਆਂ ਅਸੀਂ ਲਿਖਤ ਤੌਰ ਤੇ ਨਾਲ ਲੈ ਕੇ ਗਏ ਹਾਂ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਜਿਹੜੀ ਯੂਨੀਵਰਸਿਟੀ ਦੀ ਪ੍ਰਪੋਜ਼ਲਸ ਹੈ ਜਾਂ ਤੁਹਾਡੇ ਜਿਹੜੇ ਹੋਰ ਮਸਲੇ ਨੇ 5-6 ਮਸਲੇ ਇਹੋ ਜਿਹੇ ਸੀ ਅਸੀਂ ਉਹਨਾਂ ਦੇ ਉੱਤੇ ਉਹਨਾਂ ਸਾਰਿਆਂ ਦੇ ਉੱਤੇ ਉਹਨਾਂ ਨੇ ਸਾਡੇ ਨਾਲ ਡਿਸਕਸ਼ਨਸ ਵੀ ਹੋਈਆਂ ਨੇ ਔਰ ਅਸੀਂ ਉਹਨਾਂ ਦਾ ਬੇਸਿਕਲੀ ਅਸੀਂ ਕਰਟਸੀ ਵਾਈਜ਼ ਉਹਨਾਂ ਨੂੰ ਧੰਨਵਾਦ ਕਰਨ ਗਏ ਸੀ ਕਿ ਤੁਸੀਂ ਇੰਨਾ ਵੱਡਾ ਕੰਮ ਕੀਤਾ ਔਰ ਇਨਵਾਈਟ ਕਰਨ ਗਏ ਸੀ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਤੁਸੀਂ ਗੁਰਪੁਰਬ ਤੇ आओ, ਅਸੀਂ ਕੌਮ ਵੱਲੋਂ ਤੁਹਾਨੂੰ ਉੱਥੇ सम्मानित करेंगे। सर दूसरा सवाल ये है कि विदेश में एक सिख को लेकर जिस तरीके से उसकी घाड़े को लेकर सवाल क्लीन सेव करने की बात कही है, हर पूरे देश में इस विदेशों में भी इसकी निखेधी हो रही है, कैसे देखते हैं? ਕਿਹੜੀ ਜਗ੍ਹਾ ਦੀ ਇਹ ਗੱਲ ਕਰ ਰਹੇ ਹੈ? ਕੈਨੇਡਾ ਦੇ ਵਿੱਚ ਇਹ ਗੱਲ ਹੋਈ ਹੈ। ਇਹ ਵਾਕਈ ਇੱਕ ਨਮੋਸ਼ੀ ਵਾਲੀ ਗੱਲ ਇੱਥੋਂ ਹੋਈ ਸੀ ਕਿ ਕੈਨੇਡਾ ਇਹੋ ਜਿਹੀ ਕੰਟਰੀ ਹੈ ਜਿੱਥੇ ਸਿੱਖਾਂ ਦਾ ਪੂਰਾ ਮੈਂ ਸਮਝਦਾ ਕਿ ਉੱਥੇ ਸਿੱਖਾਂ ਦੀ ਟੋਟਲ ਮੈਜੋਰਟੀ ਹੈ ਔਰ ਸਾਰਾ ਉੱਥੇ ਬੋਲਬਾਲਾ ਉੱਥੇ ਸਿੱਖਾਂ ਦਾ, ਉੱਥੇ ਇਹੋ ਜਿਹੀ ਅਗਰ ਗੱਲ ਹੁੰਦੀ ਹੈ ਤੇ ਲੋਕਾਂ ਦੇ ਵਿੱਚ ਬੜੀ ਵੱਡੀ ਨਮੋਸ਼ੀ ਹੋਣੀ ਸੀ ਕਮਿਊਨਿਟੀ ਦੇ ਵਿੱਚ, ਮਗਰ ਜਿਸ ਤਰੀਕੇ ਦੇ ਨਾਲ ਹੁਣ ਮੀਡੀਆ ਦੇ ਰਾਹੀਂ ਮੈਨੂੰ ਪਤਾ ਚੱਲਿਆ ਕਿ ਉਹਨਾਂ ਨੂੰ ਉੱਥੇ ਮਾਫੀਆ ਵੀ ਮੰਗ ਲਈ ਗਈ ਹੈ ਔਰ ਇਸ ਚੀਜ਼ ਦੇ ਉੱਤੇ ਪਹਿਰਾ ਦੇਣ ਵਾਸਤੇ ਕਿਉਂਕਿ ਉੱਥੇ ਬਹੁਤ ਇਹੋ ਜਿਹੀਆਂ ਸਿੱਖ ਜਥੇਬੰਦੀਆਂ ਵੀ ਨੇ ਜਿਹੜੀਆਂ ਇਸ ਗੱਲ ਤੋਂ ਚਿੰਤਿਤ ਵੀ ਸੀ, ਜਿਨ੍ਹਾਂ ਨਾਲ ਸਾਡੀ ਗੱਲਬਾਤ ਵੀ ਹੋਈ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਇਹੋ ਜਿਹੀ ਸਾਨੂੰ ਕੋਈ ਪ੍ਰੋਬਲਮ ਆਏਗੀ। ਅਗਰ ਜਿਹੜੀ ਦੁਖਾਂਤ ਹੋਇਆ ਅਸੀਂ ਉਹਦੇ ਉੱਤੇ ਵੀ ਉਹਨਾਂ ਨਾਲ ਗੱਲ ਕਰਾਂਗੇ। ਉੱਥੇ ਦੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਦਿੱਲੀ ਕਮੇਟੀ ਨੇ ਜਦ ਸਾਡੇ ਸਕੂਲਾਂ ਦੇ ਵਿੱਚ ਇੱਕ ਅਕਾਰਾਂ ਨੂੰ ਪਾਉਣ ਵਾਸਤੇ ਪਾਬੰਦੀ ਲਗਾਈ ਦੀ ਗੱਲ ਕੀਤੀ ਜਾਂਦੀ ਸੀ, ਅਸੀਂ CBSE ਵੀ ਗੱਲ ਕੀਤੀ ਹੈ, ਸਾਨੂੰ ਕੱਲ ਉੱਥੋਂ ਵੀ ਅਸ਼ੋਰੈਂਸ ਆ ਗਈ ਹੈ ਮਿਨਿਸਟਰੀ ਤੋਂ ਕਿ ਅਸੀਂ ਇਸ ਚੀਜ਼ ਦੇ ਉੱਤੇ ਬਿਲਕੁਲ ਧਿਆਨ ਰੱਖਾਂਗੇ ਕਿ ਕਿਸੇ ਦੀ ਰਿਲੀਜੀਅਸ ਸੈਂਟੀਮੈਂਟਸ ਨੂੰ ਕਿਧਰੇ ਹਰਟ ਨਾ ਕੀਤਾ ਜਾਏ। ਸੋ ਇਹ ਗੱਲਾਂ ਜਿੱਥੇ ਵੀ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ ਸਾਡੀ ਕਮੇਟੀ ਉਸ ਚੀਜ਼ ਦੇ ਉੱਤੇ ਬਿਲਕੁਲ ਉਹਦਾ ਧਿਆਨ ਰੱਖਦੇ ਹੋਏ, ਸੰਗਿਆਨ ਲੈਂਦੇ ਹੋਏ, ਉਹਦੇ ਨਾਲ ਪੂਰੀ ਸੰਪਰਕ ਕਰਦੇ ਹੋਏ ਇਸ ਗੱਲ ਨੂੰ ਸੁਨਿਸ਼ਚਿਤ ਕਰਾਂਦੀ ਕਿ ਇਹੋ ਜਿਹੀ ਪ੍ਰੋਬਲਮਸ ਨਾ ਹੋ। सरस्वती विहार थाने का केस सी FIR नंबर 458/91। इस केस दे विच सज्जन कुमार ने एक बेल एप्लीकेशन फाइल की सी जिहड़ी कि राउज़ एवेन्यू कोर्ट तो उस नूं 27 अप्रैल नूं जमानत मिल गई सी, जिहदे विच दिल्ली सिख गुरुद्वारा प्रबंधक कमेटी आरग्यू नहीं कर सकी सी क्योंकि साडे कोल जिहड़े परिवार वल्लों कंप्लेनेंट वल्लों साडे कोल वकालतनामा नहीं सी। असी पिछली प्रैस कॉन्फ्रेंस दे विच ये गल सुनिश्चित की सी कि हालांकि असी पहले भी परिवार नूं लगातार कंटीन्यूसली ये कोशिश की सी कि सानू वकालतनामा दिता जाए, लेकिन परिवार वालों वकालतनामा किसी कारण करके नहीं दिता गया सी। पर फिर असी परिवार कोलों वकालतनामा लैके और SIT दे नाल तालमेल बना के हाई मानयोग दिल्ली हाई कोर्ट दे विच ये अपील फाइल की सी उस जमानत के खिलाफ और कल दिल्ली हाई कोर्ट वालों उस जमानत के उत्ते स्टे लगा दिता गया है और सज्जन कुमार जिसनों कि क्योंकि ऑलरेडी दूसरे केस के जेल के अंदर है, इस दे नाल उहदा जेल तो बाहर आने का कोई फर्क नहीं पैना सी,
ਪਰ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸੁਨਿਸ਼ਚਿਤ ਕਰੇਗੀ ਕਿ ਕਿਸੇ ਵੀ ਤਰ੍ਹਾਂ ਦੀ ਰਾਹਤ ਸੱਜਣ ਕੁਮਾਰ ਨੂੰ ਨਾ ਮਿਲੇ, ਉਸੇ ਨੂੰ ਮੁੱਖ ਰੱਖਦੇ ਹੋਏ ਇਹ ਅਪੀਲ ਫਾਈਲ ਕੀਤੀ ਗਈ ਸੀ ਔਰ ਸਾਡੀ ਅਪੀਲ ਦੇ ਉੱਤੇ ਐਸਆਈਟੀ ਨੇ ਜਿਹੜੀ ਅਪੀਲ ਫਾਈਲ ਕੀਤੀ ਆ ਇਹ ਸਟੇ ਮਿਲੀ। ਕਿਉਂਕਿ ਲਗਾਤਾਰ ਸਿੱਖ ਬੱਚਿਆਂ ਦੇ ਜਿਹੜੇ ਅੰਮ੍ਰਿਤਧਾਰੀ ਸਿੱਖ ਬੱਚੇ ਖਾਸ ਕਰਕੇ ਉਹਨਾਂ ਦੇ ਕਕਾਰਾਂ ਦੇ ਉੱਤੇ ਲਗਾਤਾਰ ਜਦੋਂ ਐਗਜ਼ਾਮ ਹੁੰਦਾ ਸੀ ਤੇ ਉਹਨਾਂ ਨੂੰ ਉਤਰਵਾਉਣ ਦੀ ਗੱਲ ਹੁੰਦੀ ਸੀ। ਸਾਡੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਸੀ। ਅਸੀਂ ਸੀਬੀਐਸਈ ਨੂੰ, ਡੀਐਸਐਸਐਸਬੀ ਨੂੰ ਔਰ ਬਹੁਤ ਸਾਰੀ ਜਿੰਨੀਆਂ ਵੀ ਹਿੰਦੁਸਤਾਨ ਦੇ ਵਿੱਚ ਸਟੇਟਾਂ ਹੈ ਸਾਰਿਆਂ ਦੇ ਚੀਫ ਸੈਕਟਰੀ ਨੂੰ ਅਸੀਂ ਚਿੱਠੀ ਲਿਖੀ ਸੀ, ਬਕਾਇਦਾ ਹਾਈ ਕੋਰਟ ਦੇ ਆਰਡਰ ਨਾਲ ਭੇਜੇ ਸੀ। ਸਿੱਖਾਂ ਦੇ ਕਕਾਰਾਂ ਦੀ ਕੀ ਮਹੱਤਤਾ ਹੈ ਉਹ ਨਾਲ ਲਿਖ ਕੇ ਭੇਜਿਆ ਸੀ ਤੇ ਉਸ ਦਾ ਕੱਲ ਸਾਨੂੰ ਸੀਬੀਐਸਈ ਵੱਲੋਂ ਖਾਸ ਤੌਰ ਦੇ ਉੱਤੇ ਚਿੱਠੀ ਮਿਲੀ ਹੈ। ਉਹਨਾਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਫਿਊਚਰ ਦੇ ਵਿੱਚ ਕਦੀ ਵੀ ਸਿੱਖ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਕੋਈ ਸੈਂਟੀਮੈਂਟਸ ਦੀ ਗੱਲ ਹੈ ਜਾਂ ਕਕਾਰਾਂ ਦੀ ਗੱਲ ਹੈ ਉਹ ਨਹੀਂ ਉਤਰਵਾਈ ਜਾਣੀ।